सतगुरु तेरी ओट है धन आज तो लैके असी जो भी ऋषि और मुनि हैं, जो भी दुनिया के कलाकार है, दसदी सारिਆਂ ਨੂੰ नमस्कार है। क्यों अगे वास्ते नूं बोलण दी दाता बल बख्शे। पूर्ण पिता परमात्मा जो तरुण तुम्हारा ध्यान, मन मत्ते मन दास को दाता बख्शो शुद्ध ज्ञान। ये आम खास बंदे नूं इतना चन होना चाहिए भी जे पंडितां नूं आप पुछ लीए भी पंडित जी थोड़ी मूही कित्थों चली है, वो कहेंगे जी वेद व्यास तो चली है। वेद व्यास भी कित्थों आया भाई? वो एक धुंधू ऋषि जी होए ने। धुंधू ऋषि नूं श्राप मिलिया भी जाप दी पुत्रियां संग करेगा। उसने वो श्राप सुन के ऋषि का दरियाओं पार जा बैठा। वो दरियाओं पार जाके बह के कहना मुझे घर ही ना आया, मैं काम ही ना करा, मैं काम की कर सकता। उस मौके बहुत टाइम समय लंघे। समय लंघद्या उहदे घर वाली दे ऐसा सत्कार याद आया, प्यार आया। उस मौके ते कां सुनेहा लेके जांदा हुंदा सी। वो कां नूं कहंदी हुण भी गाउण वाला कहंदा ले वे कावां मेरा सुनेहा ले जा। ਉਹਨੂੰ ਕਹਿੰਦੀ ਕਾਵਾਂ ਜੇ ਤੂੰ ਮੇਰਾ ਸੁਨੇਹਾ ਲੈ ਜੇ, ਕਹਿੰਦਾ ਲਿਓ ਮਾਤਾ ਲੈ ਜਾਣਾ। ਉਹਨੇ ਲਿਖ ਕੇ ਚਿੱਠੀ ਕਾਂ ਦੇ ਗਲ 'ਚ ਪਾਤੀ। ਉਹਨੇ ਜਾ ਕੇ ਰਿਸ਼ੀ ਦੇ ਪੈਰਾਂ 'ਚ ਰੱਖਤੀ। ਪੈਰਾਂ 'ਚ ਉਹਨੇ ਦੇਖੀ ਚਿੱਠੀ, ਕਹਿੰਦਾ ਕਹਿੰਦਾ ਵੀ ਕਾਗ ਮੈਂ ਤਾਂ ਨਗਰ ਨਹੀਂ ਜਾ ਸਕਦਾ। ਆ ਇੱਕ ਤੈਨੂੰ ਮੈਂ ਚੀਜ਼ ਦਿੰਦਾ, ਉਹ ਲੈ ਜਾ। ਉਹ ਉਸ ਨੂੰ ਫੜਾ ਦੀ ਵੀ ਲਓ ਭਾਈ ਤੁਸੀਂ ਆਪਦੀ ਦੀ ਵਰਤੋਂ ਕਰ ਲਓ। ਉਸਨੇ ਆਪਦੀ ਬਿੰਦ ਪਾ ਕੇ ਰਬੜ ਦੇ ਵਿੱਚ ਉਹਦੀ ਠੁੰਗ ਦੇ ਵਿੱਚ ਫੜਾ ਦਿੱਤੀ। ਠੁੰਗ ਦੇ ਵਿੱਚ ਜਦੋਂ ਜਾ ਕੇ ਫੜਾਈ ਉਹਨੇ, ਉਡਾਰੀ ਮਾਰ ਗਿਆ। ਮੂਹਰੇ ਸਮੁੰਦਰ ਹੈ। ਸਮੁੰਦਰ ਤੇ ਕਾਮਾਂ ਨੇ ਸ਼ੋਰ ਪਾਤਾ, ਕਾਂ 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 ਕਰੀ ਜਾਂਦੇ ਨੇ। ਉਹਦੇ ਮਨ 'ਚ ਆਈ ਲਹਿਰ, ਜੋ ਕਾਂ ਕਹਿਣ ਲੱਗਾ ਮੂੰਹ 'ਚੋਂ ਰਬੜ ਡਿੱਗ ਪਈ। ਉਹ ਰਬੜ ਡਿੱਗਦੀ ਮੱਛੀ ਨੇ ਬੁੱਚ ਲਈ। ਉਸ ਮੱਛੀ ਦੇ ਪੇਟ ਦੇ ਵਿੱਚ ਹੀ ਲਟਕੀ ਪੈਦਾ ਹੋਈ ਹੈ। ਉਹ ਐਸਾ ਸਮਾਂ ਹੋਇਆ ਤਾਂ ਉੱਥੇ ਜਿਹੜਾ ਪੱਤਣ ਦਾ ਮਲਾਹ ਸੀਗਾ ਝਿਓਰ, ਉਹਨੇ ਕੁੰਡੀ ਲਾਤੀ। ਕੁੰਡੀ ਲਾ ਕੇ ਉਹ ਰੋਜ਼ ਹਰ ਕਰਦਾ ਹੈਗਾ, ਮੱਛੀ ਫੜ ਕੇ ਵੇਚ ਕੇ ਆਪਦਾ ਰੁਜ਼ਗਾਰ ਤੋਰਦਾ ਹੈ। ਉਹਨੇ ਕੁੰਡੀ ਲਾਈ। ਉਹ ਮੱਛੀ ਨੂੰ ਜਦੋਂ ਨਿਗਲੀ, ਮੱਛੀ ਦੇ ਕੁੰਡੀ ਫਸ ਗਈ। ਉਹਨੇ ਮੱਛੀ ਖਿੱਚ ਲਈ। ਮੱਛੀ ਖਿੱਚ ਕੇ ਜਦੋਂ ਨੇ ਆਪਾਂ ਤਾਂ ਮੱਛੀ ਨੂੰ ਨਿੱਕੇ ਲੋਟ ਵੜਦੇ, ਉਹ ਲੰਬੀ ਲੰਬੀ ਐਂ ਖੋਲ ਦਿੰਦੇ ਨੇ ਦੋਨੇ ਕੰਘੀਆਂ, ਦੋ ਕੰਘੀਆਂ ਹੁੰਦੀਆਂ ਇਹ 'ਚ। ਉਹਦੇ ਜਦੋਂ ਉਹਨੇ ਕੰਘੀਆਂ ਖੋਲੀਆਂ ਤੇ ਵਿੱਚੋਂ ਲਟਕੀ ਨਿਕਲੀ ਹੈ। ਉਹ ਕਹਿੰਦਾ ਹਾ 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 ਉਹ ਮੇਰਾ ਦਾਤਿਆ, ਉਹ ਅੱਲਾਹ ਤਾਲਾ ਖੁਦਾ, ਇਹ ਤਾਂ ਬੜੀ ਬਖਸ਼ ਕੀਤੀ ਹੈ। ਉਹਨੇ ਚੱਕ ਕੇ ਲਟਕੀ ਗਲ ਨਾਲ ਲਾਈ। ਉਸ ਦੀ ਪਾਲਣਾ ਕਰਨੀ ਸ਼ੁਰੂ ਕਰਤੀ। ਪਾਲਦਿਆਂ ਜਵਾਨ ਹੋਈ। ਕਿਉਂ ਹੋਏ 10-15 ਸਾਲ ਦੀ ਹੋਈ, 18 ਸਾਲ ਦੀ, ਤੇ ਉਹ ਰੋਟੀ ਲੈ ਕੇ ਮਿਲਾ ਦੀ ਪੱਤਣ ਤੇ ਆਇਆ ਕਰੇ। ਉਧਰੋਂ ਰਿਸ਼ੀ ਦਾ ਸਰਾਪ ਪੂਰਾ ਹੋ ਚੁੱਕਿਆ। ਰਿਸ਼ੀ ਵੀ ਉੱਠ ਕੇ ਤੁਰ ਪਿਆ ਵੀ ਚਲੋ ਆਪਣੇ ਟਾਈਮ ਲੰਘ ਗਿਆ, ਆਪਾਂ ਹੁਣ ਆਪਦੇ ਘਰ ਨੂੰ ਚੱਲੀਏ। ਜਦੋਂ ਆਇਆ ਪੱਤਣ ਤੇ, ਉਹ ਕੁੜੀ ਹੈ ਉਹਦੇ ਪਿਤਾ ਦੀ ਪ੍ਰਸ਼ਾਦਾ ਲੈ ਕੇ ਆ ਗਈ। ਉਹ ਰੋਟੀ ਖਾਣ ਲੱਗ ਗਿਆ। ਜਦੋਂ ਪ੍ਰਸ਼ਾਦਾ ਛਕਦਾ ਆ ਕੇ ਰਿਸ਼ੀ ਕਹਿੰਦਾ ਮਲਾਜ ਮੇਰਾ ਬੇੜਾ ਠੇਲ ਦੇ, ਮੈਂ ਪਾਰ ਲੰਘਣਾ। ਉਹ ਕਹਿੰਦੀ ਮੈਂ ਪ੍ਰਸ਼ਾਦਾ ਛਕਦਾ। ਕਹਿੰਦਾ ਮੈਨੂੰ ਇਹ ਗੱਲ ਮੈਨੂੰ ਨਹੀਂ ਪਤਾ ਹੈਗਾ, ਮੇਰਾ ਬੇੜਾ ਠੇਲ ਦੇ, ਨਹੀਂ ਮੈਂ ਸ਼ਰਾਪ ਦੇਊਂਗਾ। ਦੁਨੀਆ ਸ਼ਰਾਫੋਂ ਤੋਂ ਚੱਲਦੀ ਸੀ ਉਸ ਮੌਕੇ। ਉਸ ਨੇ ਜਦੋਂ ਇਤਨੀ ਗੱਲ ਕਹੀ ਤਾਂ ਉਹ ਜੀਤਾ ਹੁਣ ਰੋਟੀ ਤਾਂ ਹੀ ਕਿਹਾ, ਕਹਿੰਦੇ ਭਜਨ ਪਦਾਰਥ ਖਜ਼ਾਨਾ ਨਾਰੀ, ਚਾਰੇ ਪਰਦੇ ਦੇ ਅਧਿਕਾਰੀ। ਪ੍ਰਸ਼ਾਦਾ ਖਾਂਦਾ ਗੁਰੂ ਕਾ ਸਿੱਖ ਉੱਠ ਕੇ ਤੁਰੂਗਾ ਨਹੀਂ। ਨਾ ਉਹ ਬੋਲੇ, ਉਹਦਾ ਧਿਆਨ ਪ੍ਰਸ਼ਾਦੇ 'ਚ ਹੀ ਹੁੰਦਾ ਹੈ। ਉਸ ਮੌਕੇ ਦਾ ਧਿਆਨ ਉੱਥੇ ਸੀ। ਉਹ ਕੁੜੀ ਨੂੰ ਕਹਿੰਦਾ ਬੇਟੀ, ਕਹਿੰਦੀ ਹਾਂ ਬਾਪੂ ਜੀ। ਕਹਿੰਦਾ ਉਰੇ ਆ। ਜਦੋਂ ਆਈ ਕੋਲੇ, ਕਹਿੰਦਾ ਕਿੱਲੋਂ ਸੰਗਲ ਖੋਲ ਕੇ ਬਾਬੇ ਦਾ ਬੇੜਾ ਠੇਲ ਲੈ, ਇਹਨੂੰ ਬੰਨੇ ਲਾਇਆ, ਮੈਂ ਪ੍ਰਸ਼ਾਦਾ ਛਕਣਾ। ਕੁੜੀ ਨੇ ਬੇੜਾ ਠੇਲਤਾ, ਲੈ ਕੇ ਚੱਪਾ ਵਿੱਚ ਬਹਿ ਗਈ, ਵਿੱਚੇ ਸਾਧ ਬਹਾ ਲਿਆ। ਜਾ ਕੇ ਵਿਚਕਾਏ ਸਮੁੰਦਰ ਦੇ ਦਰਿਆ ਦੇ ਵਿਚਾਲੇ ਜਾ ਕੇ ਸਾਧ ਬੇਈਮਾਨ ਹੋ ਗਿਆ।
ਅੱਛਾ ਉਹਨੂੰ ਕਹਿੰਦਾ ਵੀ ਤੇਰੇ ਨਾਲ ਬਲਾਤਕਾਰੀ ਕਰੂੰਗਾ। ਉਹ ਕਹਿੰਦੇ ਤੋਬਾ ਵਾਹਿਗੁਰੂ, ਇਹ ਗੱਲ ਨਹੀਂ ਹੋ ਸਕਦੀ ਕਦੇ ਵਾਸਤੇ ਵੀ। ਨਾ 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 ਜੀ, ਇਹ ਗੱਲ ਤਾਂ ਕਦੰਤ ਵੀ ਨਹੀਂ ਹੋ ਸਕਦੀ। ਕਹਿੰਦਾ ਨਹੀਂ, ਮੈਂ ਸ਼ਰਾਪ ਦਿੰਦਾ। ਅੱਛਾ ਮੈਂ ਸ਼ਰਾਪ ਦਿੰਦਾ। ਉਹ ਕਹਿੰਦੀ ਨਹੀਂ, ਅਗਾਹੀ ਬਹੁਤੀ ਹੈ। ਚਾਰ ਸਵੇਰੇ ਦੁਨੀਆ ਦੇਖਦੀ ਹੈ, ਉੱਪਰ ਸੂਰਜ ਵੀ ਦੇਖ ਰਿਹਾ। ਕਹੇ ਤਾਂ ਇਹ ਗੱਲ ਨਹੀਂ। ਕਹਿੰਦਾ ਜੇ ਭਲਾ ਸੂਰਜ ਬੰਦ ਹੋ ਜੇ, ਕਹਿੰਦੀ ਫਿਰ ਸੋਚਾਂਗੇ। ਉਹਨੇ ਭਰ ਕੇ ਮਰੀ ਚੂੜੀ ਨੇਰ ਤੋਂ ਗਾਲ ਕੇ ਧੁੰਦ ਬਣਾ ਦਿੱਤੀ। ਧੁੰਦ ਉੱਥੋਂ ਬਣੀ ਹੈ ਜੀ ਇਹ। ਅੱਛਾ ਉਹਦੇ ਨਾਲ ਬਲਾਤਕਾਰੀ ਹੋਈ। ਅੱਛਾ ਜਦੋਂ ਬਲਾਤਕਾਰੀ ਹੋ ਚੁੱਕੀ, ਉਹ ਕਹਿੰਦੀ ਸਦਾ ਬੀਜ ਜਵਾਬ ਕਰ ਲ, ਮੈਂ ਢਿੱਡ ਟੱਕਰ ਮਾਰ ਕੇ ਹੁਣੇ ਮਰ ਜੂ, ਤੇਰਾ ਮੈਂ ਸ਼ਰਾਪ ਦੇ ਤੈਨੂੰ। ਮੈਂ ਮਾਪਿਆਂ ਕੋਲ ਕੁਆਰੀ ਆਈ, ਬੱਚਾ ਲੈ ਕੇ ਕਿਉਂ ਜਾ ਸਕਦੀ ਹਾਂ ਮੈਂ ਉੱਥੇ? ਨਹੀਂ ਜਾ ਸਕਦੀ। ਕਹਿੰਦਾ ਹੋ ਬਣ ਗਈ ਭਾ ਦੀ। ਕਹਿੰਦਾ ਅੱਛਾ ਬੇਟੀ, ਤੂੰ ਵੀ ਅੱਲਾਹ ਤਾਲਾ ਖੁਦਾ ਦੀ ਬੇਨਤੀ ਕਰਤੇ ਮੈਂ ਵੀ ਕਰਦਾ, ਇਹ ਸਿਰੇ ਜਾਣ ਤੋਂ ਪਹਿਲਾਂ ਪਹਿਲਾਂ ਤੇਰੇ ਪੈਦਾ ਹੋ ਜਾਊਗਾ। ਦਰਿਆ ਤੋਂ ਸਿਰੇ ਪੱਥਣ ਤੇ ਲੱਗਣ ਤੋਂ ਪਹਿਲਾਂ ਪਹਿਲਾਂ ਤੇਰੇ ਪੈਦਾ ਹੋ ਜਾਣਾ। ਅੱਛਾ ਇਹ ਗੜਵੀ ਆਸਣ ਲੈ ਕੇ ਆਪਦੀ ਭਗਤੀ ਨੂੰ ਤੁਰ ਜੂਗਾ, ਤੇ ਤੂੰ ਪੇਕਿਆਂ ਕੋਲ ਮਾਪਿਆਂ ਕੋਲ ਨਹੀਂ ਚਲੀ ਜਾਈ। ਅੱਛਾ ਕਿ 7 ਬੱਚੋਂ ਉਹੀ ਗੱਲ ਹੋਈ ਭਾਈ। ਗਾਹਾਂ ਜੋ ਅਗਲੇ ਪਾਰ ਗਏ ਉਹ ਪੈਦਾ ਹੋਇਆ। ਵੀਰ ਬਿਆਸੇ ਗੜਵੀ ਆਸਣ ਲੈ ਕੇ ਤੁਰ ਗਿਆ, ਉਹ ਵਾਪਸ ਮੁੜ ਗਈ। ਉਥੋਂ ਵੇਦ ਵਿਆਸ ਨੇ 18 ਪ੍ਰਾਣ ਲਿਖਿਆ ਜੀ। ਅੱਛਾ ਐਡਾ ਬਦਮਾਨ ਅੱਜ ਤੇ ਦੁਨੀਆ 'ਚ ਹੋਇਆ ਨਹੀਂਗਾ। 18 ਪ੍ਰਾਣ ਵੇਦ ਵਿਆਸ ਨੇ ਲਿਖੇ। ਉਸ ਨੂੰ ਜਿਹੜੀ ਕਥਾ ਚੱਲਦੀ ਹੈ, ਵੇਦ ਵਿਆਸ ਨੂੰ ਕਥਾ ਵਿਸ਼ਨੂੰ ਭਗਵਾਨ ਨੇ ਸੁਣਾਈ ਸੀ। ਇਹ ਕਥਾ ਅੱਛਾ ਜੀ, ਇਹ ਹੈ ਵਿਸ਼ਨੂੰ ਭਗਵਾਨ ਤੋਂ ਕਥਾ ਸੁਣ ਕੇ ਸਹੇ ਵੇਦ ਵਿਆਸ ਨੇ ਸੁਖਦੇਵ ਸਵਾਮੀ ਨੂੰ ਸੁਣਾਈ ਹੈ। ਸੁਖਦੇਵ ਮੁਨੀ ਨੇ ਆ ਕੇ ਰਾਜੇ ਪ੍ਰੀਸਤ ਨੂੰ ਕਥਾ ਸੁਣਾਈ ਹੈ। ਇਹ ਕਥਾ ਜੁਗੋ ਜੁਗ ਅਟਲ ਲਾਉਂਦੀ ਹੈ। ਉੱਥੋਂ ਵੇਦ ਵਿਆਸ ਨੇ, ਵੇਦ ਵਿਆਸ ਦੇ ਲਟਕੇ 2 ਹੋਏ। ਅੱਛਾ ਅਸ਼ਟਾਵਕਰ ਤੇ ਸੁਖਦੇਵ। ਉਧਰੋਂ ਪਾਰਵਤੀ ਕਹਿਣ ਲੱਗੀ, ਕਹਿੰਦੀ ਸਵਾਮੀ ਜੀ ਅਮਰ ਕਥਾ ਹੀ ਸੁਣਾ ਦਿਓ। ਉਹ ਕਹਿੰਦਾ ਕਮਲੀਏ, ਬੁੜੀਆਂ ਨੂੰ ਅਮਰ ਕਥਾ ਕੀ ਪਤਾ ਹੁੰਦਾ? ਕਹਿੰਦਾ ਇਹ ਗੱਲ ਝੂਠੀ, ਅਮਰ ਕਥਾ ਸੁਣਾ। ਨਹੀਂ, ਉਹ ਰੁੱਸਦੀ ਹੁੰਦੀ ਸੀ। ਉਹਨੇ ਕਿਹਾ ਜੇ ਰੁੱਸ ਮੂੰਹ ਹਰੂ ਜੇ ਕਰ ਲਿਆ, ਕਹਿੰਦੀ ਜੰਗਲ ਹੈ ਸੁਣ ਲੈ। ਕਹਿੰਦਾ ਉਹਨੇ ਅਮਰ ਕਥਾ ਪ੍ਰਕਾਸ਼ ਕਰ ਲਈ। ਉਹ ਆਪਾਂ ਪਹਿਲਾਂ ਵੀ ਗੱਲ ਕਰੇ ਵੀ ਜਿਹੜਾ ਭਜਨ ਹੈ ਪੜਦੇ ਚ ਹੁੰਦਾ ਹੈ। ਉਹਨੇ ਕਥਾ ਪ੍ਰਕਾਸ਼ ਕਰ ਲਈ। ਜੇ ਕਥਾ ਜਿਹੜੀ ਹੈ, ਕਥਾ ਨੂੰ ਜੇ ਵਿਚਾਰੋਂ ਟੋਕੇਗਾ ਤਾਂ 7 ਕੁਲਾਂ ਦਾ ਪਾਪ ਹੈ। ਅੱਛਾ ਜੇ ਛੱਡਦਾ ਤਾਂ ਵੀ 7 ਕੁਲਾਂ ਦਾ ਪਾਪ ਹੈ। ਉਹ ਕਥਾ ਕਰਨ ਲੱਗ ਗਿਆ। ਹਮੇਸ਼ਾ ਵਾਸਤੇ ਜਿਹੜੀ ਰੱਬ ਦੇ ਘਰ ਦੀ ਕਥਾ ਹੈ ਨਾ, ਉੱਥੇ ਅੱਖ ਲੱਗੂ। ਕਲਯੁਗ ਨੇ ਆਉਣਾ ਹੀ ਹੈ, ਲਾਜ਼ਮੀ ਟੂਲਾ ਹੋਊਗਾ। ਅੱਛਾ ਪਾਰਵਤੀ ਦੀ ਅੱਖ ਲੱਗ ਗਈ। ਅੱਖ ਲੱਗੀ ਪਾਰਵਤੀ ਦੀ। ਉਹ ਨਾ ਤਾਂ ਕਥਾ ਖੜਾ ਸਕਦਾ ਹੈ, ਨਾ ਉਹਨੂੰ ਹਿਲਾ ਸਕਦਾ ਹੈ। ਉਧਰ ਇੱਕ ਤੋਤੀ ਦਾ ਆਂਡਾ ਪੜਿਆ ਹੋਇਆ ਆਲਣ 'ਚ ਪਿਆ ਸੀ। ਅੱਛਾ ਆਵਾਜ਼ ਉਹ 'ਚ ਪੈਣੀ ਸ਼ੁਰੂ ਹੋ ਗਈ। ਆਵਾਜ਼ ਉਹ 'ਚ ਪੈਣੀ ਸ਼ੁਰੂ ਹੋ ਗਈ। ਉਦੋਂ ਅਮਰ ਕਥਾ ਸੰਪੂਰਨ ਹੋ ਗਈ ਤੇ ਬੱਚਾ ਤਿਆਰ ਹੋ ਗਿਆ। ਪਾਰਵਤੀ ਸੰਪੂਰਨ ਕਰਕੇ ਕਹਿੰਦਾ ਪਾਰਵਤੀ ਕਿ ਹਾਂ ਸਵਾਮੀ ਦੱਸੋ। ਕਹਿੰਦਾ ਕੋਈ ਆਪਣੀ ਕਥਾ ਲੁੱਟ ਕੇ ਬਾਣੀ ਲੁੱਟ ਕੇ ਲੈ ਗਿਆ। ਉਹਨੇ ਪਾਇਆ ਤਰਸੂਲ ਨੂੰ ਹੱਥ ਵੀ, ਜਿਹਨੇ ਮੇਰੀ ਬਾਣੀ ਲੁੱਟਾਂ ਮਾਰੂੰਗਾ ਮੈਨੂੰ। ਉਹਨੇ ਤਾਂ ਤਰਸੂਲ ਨੂੰ ਹੱਥ ਪਾ ਲਿਆ। ਉਹ ਫੜ ਕਰਕੇ ਉਡਾਰੀ ਮਾਰ ਕੇ ਉੱਡ ਗਿਆ। ਅੱਛਾ ਮਗੇ ਬਾਜ ਬਣ ਕੇ ਉੱਡ ਗਿਆ। ਪਾਰਵਤੀ ਡੇਗੀ ਬੈਠੀ। ਅੱਛਾ ਉਹ ਉੱਥੇ ਜਾ ਕੇ ਉਸ ਮੌਕੇ ਪੰਡਤ ਵੇਦ ਵਿਆਸ ਦੇ ਘਰਾਂ ਵਾਲੇ ਕੇਸੀ ਨਹਾ ਕੇ ਅਗਵਾੜੀ ਵਾਸੀ ਲੈਣ ਲੱਗੀ ਸੀ। ਅੱਛਾ ਉਹਦੇ ਮੂੰਹ 'ਚ ਵੜ ਗਿਆ ਤੋਤਾ। ਅੱਛਾ ਮੂੰਹ 'ਚ ਵੜ ਗਿਆ। ਉਹ ਬਾਹਰ 'ਚ ਧੂੰਆਂ ਲਾ ਕੇ ਬਹਿ ਗਿਆ। ਧੂਣਾ ਲਾ ਕੇ ਬਹਿ ਗਿਆ। ਉਹ ਵੀ ਜਦੋਂ ਨਿਕਲੇਗਾ ਉਦੋਂ ਮਾਰੂ, ਮੈਂ ਛੱਡਦਾ ਨਹੀਂ ਤੈਨੂੰ। ਉੱਥੇ ਬੈਠੇ ਨੂੰ 12 ਸਾਲ ਹੋ ਗਏ ਜੀ। ਅੱਛਾ ਜੀ 12 ਸਾਲ ਨਾ ਤਾਂ ਉਹ ਨਿਕਲੇ ਤੇ ਨਾ ਉਹ ਉੱਠੇ। ਅੱਛਾ ਬੁੜੀ ਮਾਰੇ ਕੂਕਾਂ ਵੀ ਹੇ ਸੱਚੇ ਪਾਤਸ਼ਾਹ, ਹੇ ਅੱਲਾਹ ਤਾਲਾ, ਹੇ ਮੇਰੇ ਖੁਦਾ, ਉਰਦ 9 ਮਹੀਨਿਆਂ ਨਹਾਉਂਦਾ, ਮੇਰੇ ਪੇਟ 'ਚ ਕੀ ਵਰਗਾ ਸਾਲ 12 ਹੋ ਗਏ। ਅੱਛਾ ਮੇਰਾ ਸੱਚੇ ਪਾਤਸ਼ਾਹ ਖਾੜਾ ਕਿਉਂ ਨਹੀਂ ਛੁੱਟਦਾ? ਉਹਨੇ ਜਦੋਂ ਦਿੱਤੀਆਂ ਦੁਹਾਈਆਂ, ਪ੍ਰਭੂ ਦੇ ਵੱਜੇ ਡਾਂਕੇ ਨੇ ਵਿਸ਼ਨੂੰ ਭਗਵਾਨ ਦੇ ਮਾਰੀ ਨਿਗਾਹ ਆਕਾਸ਼ੋਂ 'ਚ। ਕਹਿੰਦਾ ਆਕਾਸ਼ ਦਾ ਸਾਰੀ ਦੁਨੀਆ ਸੁਖੀ ਬੈਠੀ ਹੈ,
ਪਤਾਲ ਚ ਮਾਰੀ, ਕਹਿੰਦਾ ਨਿਗਾਹ ਸੂਈ ਬੈਠੇ। ਜਦੋਂ ਮਾਤ ਲੋਕ ਚ ਆਇਆ, ਕਹਿੰਦਾ ਓਹੋ ਉਹ ਬੁੜੀ ਲਮਕੀ ਜਾਂਦੀ ਆ ਕਿ ਬੈਠੀ। ਉਹਦੇ ਕੋਲੋਂ ਆਇਆ, ਜਾਂ ਆਇਆ ਤਾਂ ਉਹ ਧੂਆਂ ਚ ਲਾਈ ਬੈਠਾ, ਗੱਡੀ ਬੈਠਾ ਤਰਸੂਲ। ਉਹਨੇ ਕਿਹਾ ਵੀ ਜੇ ਇਹਦੇ ਨਾਲ ਆਪਾਂ ਝਗੜਾ ਹੋਇਆ ਤਾਂ ਕਿਤੇ ਜੁਗ ਨਾ ਪਲਟ ਜੇ। ਉਹ ਭਗਵਾਨ, ਉਹ 3 ਲੋਕ ਦਾ ਮਾਲਕ ਹੈ, ਸ੍ਰਿਸ਼ਟੀ ਦਾ। ਉਹਨੇ ਕਿਹਾ ਵੀ ਹੁਣ ਕੋਈ ਜੁਗਤ ਬਣਾਈਏ। ਉਹ ਬਾਬਾ ਵਿਸ਼ਵਕਰਮਾ ਕੋਲੇ ਪਹੁੰਚਿਆ। ਵਿਸ਼ਵਕਰਮਾ ਨੂੰ ਜਾ ਕੇ ਵਿਸ਼ਵਕਰਮਾ ਕੋਲੇ ਜਦੋਂ ਗਿਆ, ਭਗਵਾਨ ਕਹਿੰਦਾ ਆਓ ਭਗਵਾਨ ਜੀ, ਜੀ ਆਇਆਂ ਨੂੰ, ਆਓ ਆਓ, ਦੱਸੋ ਜੀ ਕਿਵੇਂ ਆਉਣੇ ਹੋਏ। ਕਹਿੰਦੇ ਜੀ ਸਾਨੂੰ ਇੱਕ ਹੁੱਕਾ ਬਣਾ ਕੇ ਦਿਓ। ਵਿਸ਼ਵਕਰਮਾ ਕਹਿੰਦਾ ਕੀ? ਕਹਿੰਦਾ ਹੁੱਕਾ ਬਣਾ। ਕਹਿੰਦਾ ਕਿਹੋ ਜਿਹਾ ਹੁੰਦਾ? ਇੱਥੇ ਲਿਖਣ ਨੂੰ ਦੱਸੀਆਂ। ਜਦੋਂ ਐਂ ਕਰਕੇ ਲਿਖਰ ਮਾਰ ਕੇ ਕਹਿੰਦਾ ਚੱਕ ਲਾ, ਸੋਨੇ ਦਾ ਬਣ ਗਿਆ। ਵਿਸ਼ਵਕਰਮਾ ਨਿਗਾਹ ਨਾਲ ਕੰਮ ਕੋਈ ਹੱਥ ਨਹੀਂ ਲਾਈ ਉਹਨੇ। ਉਹਦੀ ਨਿਗਾਹ ਕੰਮ ਕਰਦੀ ਸੀ। ਉਹ ਜਦੋਂ ਉੱਥੇ ਤਿਆਰ ਕੀਤਾ, ਉਸਨੇ ਕਿਹਾ ਵੀ ਹੁਣ ਆਪਾਂ ਚੱਲੀਏ, ਸਾਰੇ ਨਸ਼ਿਆਂ ਨੂੰ ਨਸ਼ਾ ਤੇਜ ਸੁਲਫਾ ਹੈ। ਜਿਹੜਾ ਸੁਲਫਾ ਤੇਰੀ ਜੀਭ ਦੇ ਨਾਲ ਲੱਗਣ ਸਾਰਾ ਹਟਾ ਕੇ ਮਰ ਤੈਨੂੰ। ਜਿਹੋ ਜਿਆਦਾ ਕਾਤੂ ਚੱਲ ਗਿਆ ਤੇ ਜਿਹੋ ਸੁਲਫੇ ਦਾ ਨਸ਼ਾ ਚੱਲ ਗਿਆ। ਉਹ ਕਹਿੰਦਾ ਹਾਂ ਹਾਂ ਹਾਂ, ਉਹ ਭਗਵਾਨ ਜੀ ਆਓ, ਆਓ ਸ਼ੰਕਰ ਜੀ, ਨਾਥ ਜੀ, ਜੈ ਹੋ ਜੈ ਹੋ। आज महाराज थोड़े वास्ते एक चीज़ भेट आई है। शिव जी कहता की? आहा की ले ओए? कहता वाली सोहनी है। वो सारा तैयार किया हुआ थी, अग उग सारी पा के तैयार करके लिया सीगा। वो कहते जी ऐ करके देखो, ऐ करके देखो। जो नाली लड़की ला के मूँह में जो सड़ाका मारा तो सुल्फा छड़ता टोपी च। जो सुल्फा छड्डिया, बस सुल्फे दे कोई सूटा मारा, नशा आया, होया खुश, कहंदा हा 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 हा, ताड़ी मार के हस पिया। कहंदा भोला जी शंकर जी, माता जी कित्थे है? वो कहंदे इत्थे पीनी झूठी जांदी, बिंद को गया 12 साल नूं बिंद की दसे। इत्थे झूठी जांदी सी। कहंदा चलो आपां ओनूं भालीए, पड़ताल करिए किधर भागी माता जी। ਉਹਨੇ ਵੜਿਆ ਕੇ ਉੱਥੋਂ ਠਾ ਲਿਆ। ਠਾ ਕੇ ਉਹ ਠਾ ਲਿਆ। ਵੇਦ ਵਿਆਸ ਦੇ ਪੁੱਤਰ ਨੇ ਸੁਖਦੇਵ ਨੇ ਜਨਮ ਲਿਆ। ਉਹ ਤੋਂ ਲੈ ਕੇ ਉਹ ਤਾਂ ਉਦੋਂ ਉਹਨੂੰ ਭਾਲ ਡਬਾਗੇ। ਉਹਨੂੰ ਭਾਲਦਿਆਂ 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 ਉਧਰ ਜਿਹੜਾ ਭਸਮਾ ਸੁਰ ਸੀਗਾ ਉਹਨੇ ਵਹਿਬਤ ਕਰਤੀ। ਉਹਨੇ ਪਾਰਵਤੀ ਵਿੱਚ ਲਈ, ਉਹਨੂੰ ਲਾਏ ਮੂਹਰੇ ਲਾ ਲਈ। ਕਹਿੰਦਾ ਚੱਲ ਉਹਦੇ ਕੋਲੇ ਭਸਮ ਕੜਾ, ਜਿਹੜਾ ਕੜਾ ਭਸਮ ਹੈ, ਇਹ ਐਵੇਂ ਕੜਾ ਨਹੀਂ ਹੈ, ਇਹ ਕਿਸੇ ਗੱਲ ਤੇ ਬਣਿਆ ਹੋਇਆ, ਵਿਸ਼ਵਕਰਮਾ ਨੇ ਬਣਾਇਆ ਕੜਾ। ਇਹ ਜਦੋਂ ਤੇਰੇ ਐਂ ਕਰਕੇ ਸਿਰ ਤੇ ਆ ਗਿਆ, ਕਹਿੰਦਾ ਭਸਮ ਲਾਟ ਕੱਢ ਦੂੰ, ਫੂਕ ਦੂੰ ਬੰਦੇ ਨੂੰ। ਇਹ ਐਸੀ ਸ਼ਕਤੀ ਦਾ ਮਾਲ ਕੜਾ ਹੈ। ਉਹ ਭਸਮਾ ਸੁਣਨੇ ਤਾਂ ਉਧਰੋਂ ਕੰਮ ਕਰਤਾ। ਉਧਰੋਂ ਵੇਦ ਵਿਆਸ ਦੇ ਪੁੱਤਰ ਨੇ ਪਾਲਣਾ ਹੋਣ ਲੱਗ ਗਈ। ਪਲਣਾ ਹੁੰਦਿਆਂ 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 ਭਾਈ ਉਹ ਵੀ ਜਵਾਨ ਹੋਇਆ। ਲੈ ਕੇ ਗੜਬੀ ਤੇ ਆਸਣ ਜਾ ਕੇ ਸੁਖਦੇਵ 12 ਸਾਲ ਦਾ ਹੈਗੇ ਸੀ ਮਾਂ ਦੇ ਪੇਟ 'ਚ, ਉਰਦ ਦੇ ਵਿੱਚ ਜੋ ਉਹਨੇ ਸਭ ਤਿਆਗ ਕੀਤਾ ਤੀ, ਸਭ ਕਿਸੇ ਦਾ ਗਰਭ ਤਿਆਗੀ ਬਾਈ ਦਾ। ਜਾ ਗੜਬੀ ਆਸਣ ਲੈ ਕੇ ਜਾ ਕੇ ਬੰਦਗੀ ਕਰਨ ਬਹਿ ਗਿਆ। ਬੰਦਗੀ ਕਰਨ ਬੈਠਾ ਬੈਠਾ ਰਿਹਾ। ਬੈਠੇ ਬੈਠੇ ਉਹ ਨੰਗ ਕੇ ਜਟਾਂ ਵਧੀ ਗਿਆ, ਸਿਰ 'ਤੇ ਬੇਟੀਆਂ ਵਧੀ ਗਈਆਂ, ਸਿਰ 'ਤੇ ਬੁੱਢੀਆਂ। ਉਹ ਵੱਡਾ ਟੋਕਰਾ ਬਣ ਗਿਆ ਜਦੋਂ ਵਿਚੜੀਆਂ ਜਨੌਰਾਂ ਨੇ ਆਲ੍ਹਣੇ ਪਾ ਲਏ। ਵਿੱਚ ਆਲ੍ਹਣੇ ਪਾਏ ਹੋਏ ਕਹਿੰਦੇ ਆਹ ਜਾਨਵਰਾਂ ਨੇ ਕਿਨੇ ਭਾਖਿਆ ਦਿੱਤੀ ਵੀ ਉਹ ਜਾਨਵਰੋ, ਆਪਾਂ ਇੱਕ ਵੱਡਿਆਂ ਦਾ ਲੇਖ ਹੈ ਵੀ ਗੁਰ ਬਿਨ ਮਾਲਾ ਫੇਰਤਾ ਤੇ ਗੁਰੂ ਬਿਨਾ ਦਿੱਤਾ ਦਾਨ। गुरु बिना दान हराम है, जो पूछो वेद पुराण। हमको नुगरा ना मिले, जो पापी मिले 1000। एक नुगरे के सिर पर लख पापियों का पार। कहती ਇਹਦਾ गुरु कोई नहीं, ਜਿਹਦੇ ਆਪਾਂ ਲੜ ਲੱਗੇ ਹੋਏ ਆ। ਸੁਖ ਦਾ ਗੁਰੂ ਕੋਈ ਨਹੀਂ ਸੀਗਾ, ਜਿਹਦਾ ਗੁਰੂ ਕੋਈ ਨਹੀਂ ਹੈ, ਆਪਾਂ ਲੜ ਲੱਗੇ ਆਪਾਂ ਇਹ ਰੁੱਬਿਆ ਪਾਣੀ ਡੁਬੋ ਦੂ। ਉਹ ਇੰਨੀ ਕਹਿ ਕੇ ਉਡਾਰੀਆਂ ਮਾਰ ਗਏ। ਜਦੋਂ ਮਾਰ ਕੇ ਉਡਾਰੀਆਂ, ਓਹ ਐਸਾ ਮਨ ਦੇ ਵਿੱਚ ਬਰਾਗ ਆਇਆ, ਅੱਖਾਂ 'ਚ ਉੱਥਰੂ ਡਿੱਗਦੇ ਆ। ਤੇ ਉੱਠ ਕੇ ਆ ਕੇ ਵੇਦ ਵਿਆਸ ਦੇ ਜਟਾਂ ਝਾੜਤੀਆਂ,
ਆ ਕੇ ਬੇਵੇ ਚਰਨਾਂ ਤੇ ਸੀਸ ਰੱਖਤਾ। ਕਹਿੰਦਾ ਬਾਪੂ ਜੀ ਅੱਜ ਮੇਰੇ ਨਾਲ ਆਹ ਹਾਲਤ ਵਰਤੀ ਹੈ ਤੇ ਮੈਂ ਗੁਰੂ ਕਿਹਨੂੰ ਮੰਨਾਂ? ਮੈਂ ਜੀ ਤੁਹਾਨੂੰ ਗੁਰੂ ਮੰਨ ਲੈਣਾ। ਕਹਿੰਦਾ ਨਾ, ਤੂੰ ਮੇਰਾ ਪੁੱਤ ਹੈ। ਤ੍ਰੇਤੇ ਯੁੱਗ ਦਾ ਗੁਰੂ ਰਾਜਾ ਜਨਕ ਹੈ, ਅੱਛਾ, ਜਾ ਕੇ ਉਹਨੂੰ ਗੁਰੂ ਮੰਨਾ। ਕਹਿੰਦਾ ਸਤ ਬਚਨ ਜੀ। ਇਹ ਸੁਖਦੇਵ 15 ਕਲਾਂ ਸਪੂਰਨ ਹੈ ਜੀ। ਇਹ ਜਾ ਕੇ ਜੋ ਗਿਆ, ਜਾ ਕੇ ਝਾਕਿਆ ਸਿੱਧਾ ਹੀ, ਬੱਲੇ ਬੱਲੇ ਬੱਲੇ, ਰਾਜਾ ਤਾਜ ਲੱਗਿਆ ਸਿਰ ਤੇ, ਮਾਰ ਫੜ ਕੇ ਹੀਰੇ ਲਾਲ ਮਾਰੇ, ਮੋਤੀਆਂ ਦੇ ਵਿੱਚ ਮੜਿਆ ਪਿਆ ਪਲੰਗ ਤੇ ਬੈਠਾ ਹੈ। ਕਹਿੰਦਾ ਹੋ, ਕਹਿੰਦਾ ਬਾਪੂ ਜੀ ਨੇ ਕਿੱਡਾ ਝੂਠ ਮਾਰਿਆ, ਇਹ ਤਾਂ ਕਮਾਇਆ ਧਾਰੀ ਬੰਦਾ ਯਾਰ, ਇਹ ਆਪਾਂ ਨੂੰ ਕੀ ਦੇ ਦੂਗਾ। ਉਹਦੀ ਨਿੰਦਿਆ ਕਰਕੇ ਤੇ ਮੁੜਿਆ। ਅੱਛਾ, 5 ਕਲਾਂ ਖਤਮ ਹੋ ਗਈਆਂ, ਖਤਮ ਹੋ ਗਏ, 10 ਰਹਿ ਗਈਆਂ। ਆ ਕਹਿੰਦਾ ਬਾਪੂ ਜੀ ਉਹ ਤੇ ਕਮਾਇਆ ਧਾਰੀ ਬੰਦਾ ਹੈ, ਉਹ ਸਾਨੂੰ ਕੀ ਦੇ ਦੂਗਾ। ਕਹਿੰਦਾ ਨਹੀਂ ਪੁੱਤਰ, ਗੁਰੂ ਉਹੀ ਹੈ। ਉੱਥੇ ਫੇਰ ਜਾ, ਫੇਰ ਗਿਆ, ਜਾ ਕੇ ਜਦੋਂ ਫੇਰ ਝਾਕਿਆ 4 ਸਫੇਰੇ, ਉਹਦੇ ਰਾਣੀਆਂ 2। ਕਹਿੰਦਾ ਹੋ ਬਾਪੂ ਜੀ ਨੇ ਕਿੱਡਾ ਧੋਖਾ ਕੀਤਾ। ਅਸੀਂ ਜਤੀ ਰਿਸ਼ੀ, ਇਹ ਭੋਗੀ, ਇਹਦਾ ਸਾਡਾ ਕੀ ਸੰਬੰਧ ਹੈ। ਉਹ ਨਿੰਦਿਆ ਕਰਕੇ ਫੇਰ ਮੁੜਾਇਆ। ਅੱਛਾ, 5 ਫੇਰ ਖਤਮ ਹੋ ਗਈਆਂ। ਆ ਕਹਿੰਦਾ ਬਾਪੂ ਜੀ ਉਹ ਤਾਂ ਭੋਗੀ ਹੈ। ਕਹਿੰਦਾ ਨਹੀਂ ਪੁੱਤਰ, ਗੁਰੂ ਉਹੀ ਹੈ। ਉੱਥੇ ਫੇਰ ਜਾ। ਅੱਛਾ, ਫੇਰ ਗਿਆ, ਫੇਰ ਜਾ ਕੇ ਉਹਦੇ ਜਾ ਕੇ ਕਾਰੋਬਾਰ ਬਣੀ ਦੇ ਕੇ ਨਿੰਦਾ ਕਰਕੇ ਫੇਰ ਮੁੜਿਆ। ਅੱਛਾ, 3 ਵਾਰੀ ਵਿੱਚ 15 5 ਕਲਾਂ ਖਤਮ ਹੋ ਕੇ 15 ਕਲਾਂ ਖਤਮ ਕਰਕੇ ਪੋਰ ਵਰਗਾ ਖਾਲੀ ਹੋ ਕੇ ਆ ਗਿਆ। ਅੱਛਾ, ਐਨ ਰਹਿ ਗਿਆ ਕਦੇ ਦਾ ਕਦਾ। ਜਦੋਂ ਆ ਕੇ ਰਹਿ ਗਿਆ, ਕਹਿੰਦਾ ਬਾਪੂ ਜੀ ਗੱਲ ਤਾਂ ਹੈ। ਕਹਿੰਦਾ ਨਹੀਂ ਪੁੱਤਰ, ਗੁਰੂ ਉਹੀ ਹੈ। ਅੱਛਾ, ਉੱਥੇ ਫੇਰ ਜਾਣਾ ਪਊ। ਕਹਿੰਦਾ ਚੱਲ ਹੁਣ ਬਾਪੂ ਦਾ ਕਹਿਣਾ ਤਾਂ ਮੋੜਨਾ ਨਹੀਂ, ਜਾਣਾ ਤਾਂ ਪਊਗਾ ਹੀ। ਦਰਿਆ ਦੇ ਕਿਨਾਰੇ ਲੱਗ ਲਿਆ। ਅੱਛਾ, ਵੀ ਚੱਲ ਫਲ ਫੂਲ ਖਾਂਦੇ ਖੁੰਦੇ ਤੁਰੇ ਚੱਲਾਂਗੇ, ਚੱਲ ਹੌਲੀ ਹੌਲੀ ਪਹੁੰਚਾਂ ਜਾਣੇ ਹੀ ਆ, ਉੱਥੇ ਹੀ ਚੱਲਾਂਗੇ ਆਪਾਂ। ਜਾਂਦਿਆਂ 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 ਰਾਹ ਦੇ ਵਿੱਚ ਦਰਿਆ ਟੁੱਟਿਆ। ਉਹਨੂੰ ਇੱਕ ਬਿਰਧ 80-90 ਸਾਲ ਦਾ ਬੁੱਢਾ ਉਹਨੂੰ ਬੰਦ ਕਰਦਾ ਹੈ। ਉਹ ਇੱਕ ਟੱਕ ਸਿੱਟਦਾ, ਲੱਖਾਂ ਟੱਕ ਸਿਰ ਜਾਂਦਾ। ਇੱਕ ਟੱਕ ਸਿੱਟਦਾ, ਲੱਖਾਂ ਟੱਕ ਸਿਰ ਜਾਂਦਾ ਹੈ। ਕਿਉਂ? ਪਰਮਾਤਮਾ ਦਾ ਕੌਤਕ ਰਚਿਆ ਸੀ ਉਹ। ਉਹਨੂੰ ਖੜ ਕੇ ਕਹਿੰਦਾ ਬਾਬਾ ਜੀ, ਬੋਲੇ ਨਾ, ਕਹਿੰਦਾ ਬਾਬਾ ਜੀ। ਕਹਿੰਦਾ ਕੌਣ ਹੈ? ਕਹਿੰਦਾ ਜੀ ਤੁਸੀਂ ਐਂ ਕਰੋ, ਪਹਿਲਾਂ ਛਾਪੇ ਵੱਢ ਲਓ, ਫਿਰ ਢੇਮਾਂ ਪੁੱਟ ਲਓ। ਆਪਾਂ ਡਲਾ ਕੇ ਨੂੰ ਢੇਮ ਕਹਿੰਦੇ ਆ। ਕਹਿੰਦਾ ਤੁਸੀਂ ਕਿਸੇ ਜੁਗਤ ਨਾਲ ਇਹਨੂੰ ਬੰਨ ਮਾਰ ਲਵਾਂਗਾ, ਉਹਨੇ ਤੁਹਾਡੀ ਉਮਰ ਉਤੀ ਜਾਊ, ਤੁਸੀਂ ਪਾਣੀ ਬੰਦਣੀ ਹੈ ਹੁਣ। ਅੱਛਾ, ਕਹਿੰਦਾ ਬਹਿ ਜਾ ਬਹਿ ਜਾ, ਮਾਰਿਆ ਮੂੰਹ ਤੇ ਰਖੜਾ ਹੋ ਜਾਏਗਾ। ਮੇਰੇ ਨਾਲੋਂ ਕਲੰਨ ਤੱਕ ਬੇਰ ਵਿਆਹ ਦਾ ਪੁੱਤਰ ਸੁਖਦੇਵ ਆਪਦੇ ਗੁਰੂ ਦੀ ਨਿੰਦਿਆ ਕਰਕੇ 15 ਕਲਾਂ ਖਤਮ ਕਰਕੇ ਕਹਿੰਦਾ ਪੋਰ ਵਰਗਾ ਹੋਇਆ ਫਿਰਦਾ। ਉਹ ਆ ਮੂਰਖ, ਮੈਂ ਕਿਹਾ ਮੂਰਖਾਂ ਓਏ। ਅੱਛਾ, ਸੀਓ ਨਾਰਦ ਬਣ ਗਈ ਪਾਲੀ। ਕਹਿੰਦਾ ਹੋ ਐਡਾ ਪਾਪ ਹੋ ਗਿਆ ਮੈਥੋਂ। ਉਹ ਤੋਂ ਹੋ ਮੇਰਾ ਸੱਚਾ ਪਾਤਸ਼ਾਹ, ਮੇਰੇ ਨਾਲ ਕੀ ਬਣ ਗਿਆ। ਰਾਜੇ ਜਨਕ ਸਿੱਧਾ ਖਿਚੇ ਇਹਨੂੰ ਹੋਇਆ। ਬੈਠਾ ਦੇਖ ਕੇ ਤੂੰ ਰਾਜਾ ਕਹਿੰਦਾ ਖੜ ਜਾ ਇੱਥੇ ਓਏ। ਉੱਥੇ ਹੀ ਖੜ ਗਿਆ। ਉੱਥੇ ਜੀ 12 ਸਾਲ ਖੜਾ ਰਿਹਾ। ਅੱਛਾ, ਬੁੜੀਆਂ ਚੂੜੀਆਂ ਚਮਿਆਰੀਆਂ ਨੇ ਘੋੜਿਆਂ ਦੀ ਲਿੱਦ ਸਿੱਟ ਕੇ ਰੂੜੀ 'ਚ ਦੱਬਤਾ। ਰੂੜੀ ਜਦੋਂ ਦੱਬਿਆ, ਕਹਿੰਦੇ ਹੋ 12 ਸਾਲਾਂ ਬਾਅਦ ਆਇਆ ਯਾਦ। ਕਹਿੰਦੇ ਇੱਥੇ ਕਿ ਬੇਟ ਵਿਆਹ ਦਾ ਪੁੱਤਰ ਆ ਜੀ ਭਾਈ। ਅੱਛਾ, ਕਹਿੰਦੀ ਜਦੋਂ ਰੂੜੀ ਦੱਬੇ, ਕਹਿੰਦੇ ਕੱਢੋ ਉੱਥੋਂ। ਕੱਢ ਕੇ ਭਾਈ ਉੱਥੇ ਨਮਾ ਧਮਾ ਕੇ ਲਿਆਏ। ਦੇਖ ਕੇ ਉਹਨੂੰ ਕਹਿੰਦਾ ਐਸੀ ਕੁਦਰਤ ਕੀਤੀ ਕਿ ਉਹ ਗੁਰੂਆਂ ਦੀ ਖੇਲ ਹੁੰਦੀ ਹੈ। ਜਦੋਂ ਇਹ ਕੋਲੇ ਬਹਿ ਗਿਆ, ਉਸ ਨੇ ਮਿਥਿਲਾਪੁਰ ਨੂੰ ਅੱਗ ਲਾਤੀ, ਰਾਜਿਆਂ ਦੇ ਸ਼ਹਿਰ ਨੂੰ। ਅੱਛਾ, ਅੱਗ ਲੱਗੀ ਕਿ ਬਿਆਰ ਸੜ ਗਿਆ। ਆਏ ਤੇਰੇ ਮੇਰੋਗੇ ਸੱਚੇ ਪਾਤਸ਼ਾਹ, ਸ਼ਹਿਰ ਨੂੰ ਅੱਗ ਪੈ ਗਈ, ਉਪਾਅ ਕਰੋ। ਕਹਿੰਦਾ ਹਰੀ ਇੱਛਾ ਭਾਈ। ਮੁੜ ਗਏ। ਦੂਸਰੇ ਗਵਾੜ ਵਾਲੇ ਫੇਰ ਆਏ, ਕਹਿੰਦੇ ਅੱਗੇ ਰਾਜਨ ਇੱਕ ਗਵਾੜ ਸੜ ਗਿਆ, ਦੂਜੇ ਬਾਜ਼ਾਰ ਨੂੰ ਅੱਗ ਪੈ ਗਈ, ਕੋਈ ਉਪਾਅ ਕਰੋ। ਕਹਿੰਦਾ ਕੋਈ ਨਹੀਂ ਭਾਈ, ਹਰੀ ਇੱਛਾ। ਫਿਰ ਮੁੜ ਗਏ।
ਤੀਸਰੀ ਵਾਰੀ ਨਜ਼ਦੀਕ ਆ ਗਈ ਉਹ ਅੱਗ ਆਏ, ਕਹਿੰਦੇ ਸੱਚੇ ਪਾਤਸ਼ਾਹ ਸ਼ਹਿਰ ਦਾ ਨਾਸ ਕਰਤਾ ਤੇ ਆਪਣੇ ਮਹਿਲਾਂ ਦੇ ਨੇੜੇ ਆ ਲੱਗੀ ਅੱਗ, ਉਪਾਅ ਕਰੋ। ਕਹਿੰਦਾ ਹਰੀ ਸ਼ਾਹ ਤੇ ਕਹਤਾ। ਸੁਖਦੇਵ ਉੱਠ ਕੇ ਭੱਜਣ ਲੱਗਿਆ। ਕਹਿੰਦਾ ਸੁਖ ਕਿੱਥੇ ਚੱਲੇ ਆ? ਕਹਿੰਦਾ ਜੀ ਬਾਰ ਦੇ ਵਿੱਚ ਇੱਕ ਮੇਰੀ ਧੋਤੀ ਤੇ ਖੂੰਡੀ ਤੂੰਬੀ ਪਈ ਹੈ, ਮੈਂ ਉਹ ਚੁੱਕ ਲਿਆਵਾਂਗੇ, ਸੜ ਨਾ ਜਾਏ। ਕਹਿੰਦਾ ਆ ਜਾ ਬਹਿ ਜਾ। ਕਹਿੰਦਾ ਤੈਨੂੰ ਗਰਭ ਤਿਆਗੀ ਕਹਿੰਦੇ ਸੀਗੇ, ਅੱਛਾ, ਵੀ ਮਾਂ ਦੇ ਪੇਟ 'ਚ ਸਭ ਚੀਜ਼ਾਂ ਤਿਆਗ ਕੇ ਆਏ ਆ, ਕਾਹਦਾ ਤਿਆਗ ਕਰਕੇ ਆਏ ਆ? ਅੱਛਾ, ਮੇਰਾ ਸਾਰਾ ਸ਼ਹਿਰ ਖਤਮ ਹੋਈ ਜਾਂਦਾ, ਸਾਰੀ ਸੈਨਾ ਖਤਮ ਹੋਈ ਜਾਂਦੀ ਹੈ, ਮੈਂ ਤਾਂ ਉਹਦੀ ਪਰਵਾਹ ਨਹੀਂ ਮੰਨਦਾ ਹਾਂ, ਤੇ ਤੂੰ ਧੋਤੀ ਤੇ ਖੂੰਡੀ ਦਾ ਡਰ ਹੈ, ਤੂੰ ਕਹਿੰਦਾ ਕਾਹਦਾ ਗਰਭ ਤਿਆਗੀਆਂ ਓਏ? ਬਹਿ ਜਾ ਇੱਥੇ, ਚੱਲ ਉੱਥੇ ਬੈਠ। ਅੱਛਾ, ਉਹ ਜੀ ਗੰਦੇ ਪਨਾਲੇ ਥੱਲੇ ਬਿਠਾਤਾ, ਅੱਛਾ, ਜਿੱਥੋਂ ਤਾਂ ਤੋਂ ਮਾਲਣ ਮੂਤਰ ਡਿੱਗਦਾ ਸੀ ਨਾ ਥੱਲੇ ਪਨਾਲੇ 'ਚ, ਉੱਥੇ ਬਿਠਾਤਾ। 12 ਸਾਲ ਬੈਠਾ ਰਿਹਾ ਜੀ ਉੱਥੇ। ਅੱਛਾ, ਸਿਰ 'ਚ ਪੈ ਗਿਆ। ਫਿਰ ਉਦੋਂ ਬਾਅਦ ਦੇ ਵਿੱਚ ਜਦੋਂ ਆਇਆ ਯਾਦ, ਕਹਿੰਦੇ ਇੱਥੇ ਕਿ ਵੇਦ ਵਿਆਹ ਪੁੱਤਰ ਫਿਰਦਾ ਸੀ, ਕਹਿੰਦੇ ਇਹ ਤਾਂ ਉਹ ਬੈਠਾ, ਲਿਆ ਉਠਾ ਕੇ। ਅੱਛਾ, ਲਿਆ ਕੇ ਇਸ਼ਨਾਨ ਕਰਾਇਆ, ਨਵਾ ਧਵਾ ਕੇ ਰਾਜੇ ਦੇ ਕੋਲੇ ਬਿਠਾਤਾ। ਬਿਠਾ ਕੇ ਕੋਲੇ ਕਹਿਣ ਲੱਗਿਆ ਐਸਾ ਕੌਤਕ ਰਚਿਆ, ਇੱਕ ਲੱਤ ਰਾਣੀ ਕੁੱਟੀ ਜਾਂਦੀ ਹੈ, ਅੱਛਾ, ਐਂ ਕਰਕੇ ਦੂਜੀ ਲੱਤ ਅੱਗ ਚਲਾਤੀ। ਅੱਛਾ, ਰਾਜੇ ਨੇ ਕੋਲ ਐਂ ਧਰਤੀ ਅੱਗ, ਅੱਛਾ, ਇੱਕ ਲੱਤ ਸੜੀ ਜਾਂਦੀ ਹੈ, ਅੱਛਾ, ਇੱਕ ਲੱਤ ਨੂੰ ਰਾਣੀ ਸੇਵਾ ਕਰੀ ਜਾਂਦੀ ਹੈ। ਬੜਾ ਪਰੇਸ਼ਾਨ ਹੋਇਆ, ਕਹਿੰਦੇ ਇਹ ਕੀ ਕੌਤਕ ਹੋਇਆ? ਕਹਿੰਦਾ ਸੁਖਦੇਵ ਇਹ ਨਾਸ ਰੂਪ ਹੈ। ਅੱਛਾ, ਗੁਰੂ ਮਿਲੇ ਜਾਤ ਨਾ ਪੁੱਛੇ, ਪੁੱਛ ਲਈ ਗਿਆਨ ਤਲਵਾਰ ਹੋਏ ਪਰਸੇ ਪੜਾ ਰਹਿਣ ਦੇ ਮਾਂ। ਇਹ ਮੇਰਾ ਸਰੀਰ ਹੈ ਜਿਹੜਾ, ਇਹ ਨਾਸ ਰੂਪ ਹੈ, ਇਹ ਨਾਸ ਰੂਪ ਹੈ ਇਹ। ਜਦੋਂ ਸੁਖਦੇਵ ਨੂੰ ਲੱਗਿਆ ਪਤਾ, ਉਹ ਬਣ ਗਈ ਭਾ ਦੀ। ਕਹਿੰਦਾ ਨਾਮ ਬਖਸ਼ੋ, ਕਹਿੰਦਾ ਹਜੇ ਨਾਮ ਤੈਨੂੰ ਕਿੱਥੇ ਮਿਲ ਜੂ, ਸੇਵਾ ਕਰਿਆ ਕਰ। ਉੱਥੋਂ ਸੁਖਦੇਵ ਨੂੰ ਇਤਨੇ ਕੌਤਕ ਕਰਕੇ ਫਿਰ ਨੂੰ ਰਾਜੇ ਜਨਕ ਨੂੰ ਗੁਰੂ ਮੰਨਣਾ ਪਿਆ। ਅੱਛਾ, ਸੁਖਦੇਵ ਨੂੰ, ਉਹ ਤਾਂ ਉਹਦਾ ਗੁਰੂ ਹੈ। ਜਿਹੜਾ ਉਹਦਾ ਭਰਾ ਹੈਗਾ ਅਸ਼ਟਾਵਕਰ, ਉਹ ਜਨਕ ਦਾ ਗੁਰੂ ਹੈ। ਅੱਛਾ, ਜਿਹੜਾ ਵੇਦ ਵਿਆਸ ਸੀ ਨਾ, ਵੇਦ ਵਿਆਸ ਬਾਣੀ ਦਾ ਇਤਨਾ ਜ਼ਿਆਦਾ ਮਾਹਰ ਸੀਗਾ, ਉਹਨੂੰ ਹੰਕਾਰ ਆਇਆ ਵੀ ਜਿਹੜੀ ਬਾਣੀ ਮੈਂ ਪੜ੍ਹਦਾ ਨਾ, ਵੀ ਉਹ ਬਾਣੀ ਕੋਈ ਟੋਕ ਨਹੀਂ ਸਕਦਾ ਮੈਨੂੰ ਕੋਈ ਫੜ ਨਹੀਂ ਸਕਦਾ ਉਹ ਬਾਣੀ ਨੂੰ। ਹੰਕਾਰ ਆਇਆ। ਉਸ ਮੌਕੇ 6 ਮਹੀਨਿਆਂ ਦਾ ਅਸ਼ਟਵਕਰ ਮਾਂ ਦੇ ਉਰਦੂ ਸੀਗਾ। ਅੱਛਾ, ਮਾਂ ਦੇ ਪੇਟ ਸੀ ਉਸ ਮੌਕੇ। ਜਦੋਂ ਉਹਦੇ ਮਨ ਦੇ ਵਿੱਚ ਹੰਕਾਰ ਆਇਆ, ਉਹ ਪੇਟ 'ਚੋਂ ਬੋਲਿਆ। ਅੱਛਾ, ਕਹਿੰਦਾ ਬਾਪੂ ਜੀ ਆ ਕਥਾ ਗਲਤ ਪੜ੍ਹੀ ਜਾਂਦੇ, ਬਾਣੀ ਸਫਲ ਕਰਕੇ ਜਾਓ, ਇੱਕ ਪੰਕਤੀ ਗਲਤ ਹੋ ਗਈ। ਵੇਦ ਹੋ ਕਹਿੰਦਾ ਐਡਾ ਮਹਾ ਪਾਪ। ਇਹਨੇ ਜਦੋਂ ਮੈਂ ਉਰਦੂ 'ਚੋਂ ਫੜ ਲਿਆ ਬਾਹਰ ਆ, ਕਹਿੰਦਾ ਖਮਨੀ ਕੀ ਕਰੂਗਾ? ਉਹਨੇ ਸਰਾਪ ਦਿਆ, ਕਹਿੰਦਾ ਜਾ ਪੁੱਤਰ ਤੇਰੀ ਦੇਹ ਦੇ ਵਿੱਚ 8 ਵਾਲ ਹੋਣਗੇ ਤੇ ਮੈਂ ਵਰਗਾ ਪਿੰਡਾ ਕਾਲਾ ਹੋਊਗਾ। ਅੱਛਾ, ਆਪਦੇ ਪੁੱਤ ਨੂੰ ਸਰਾਪ ਦੇਤਾ। ਜਦੋਂ ਅਸ਼ਟਵਕਰ ਲਿਆ ਜਰਮਾ, ਸਿਰ ਦੇ ਵਿੱਚ 8 ਵਾਲ, ਵਿੰਗ ਤਿਰੰਗਾ ਤੇ ਮੈਂ ਵਰਗਾ ਪਿੰਡਾ। ਉਸਨੇ ਜਨਮ ਲੈ ਲਿਆ, ਆਪ ਰਾਜੇ ਜਨਕ ਦੀ ਕਚਹਿਰੀ ਜਾ ਕੇ ਕੈਦ ਹੋ ਗਿਆ। ਅੱਛਾ, ਰਾਜੇ ਜਨਕ ਦਾ ਡਰ ਇਹ ਸੀਗਾ ਵੀ ਘੋੜੇ ਦੀ ਰਕਾਬ 'ਚ ਮੇਰਾ ਪੈਰ ਹੋਵੇ, ਦੂਜਾ ਪੈਰ ਉੱਤੋਂ ਦੂਜੇ ਪਾਸੇ ਨਾ ਜਾਵੇ, ਉਦੋਂ ਪਹਿਲਾਂ ਮੈਨੂੰ ਆਤਮਾ ਦਾ ਗਿਆਨ ਹੋਵੇ, ਮੈਂ ਉਹਨੂੰ ਗੁਰੂ ਮੰਨੂਗਾ। ਅੱਛਾ, ਮੈਂ ਉਸ ਨੂੰ ਗੁਰੂ ਮੰਨੂ, ਮੈਂ ਨਹੀਂ ਗੁਰੂ ਕਿਸ ਨੂੰ ਮੰਨਣਾ। ਲੱਖਾਂ ਮੁੱਲਾਂ ਕਾਜੀ ਪੰਡਤ ਪਾਦੇ ਵੇਦ ਵਿਆਸ ਸਾਰਾ ਢੇਰ ਲਈ ਬੈਠਾ। ਜਦੋਂ ਢੇਰ ਲਈ ਬੈਠਾ, ਇਹ 5 ਸਾਲ ਦਾ ਹੋ ਚੁੱਕਿਆ। ਅੱਛਾ, ਅਸ਼ਟਵਕਰ ਨੇ ਤਿੰਨ ਆਦੀ ਮਾਂ ਨੂੰ ਹੱਥ ਜੋੜੇ, ਗਲ 'ਚ ਪੱਲਾ ਪਾਇਆ, ਕਹਿੰਦਾ ਹੇ ਮਾਤਾ, ਜੇ ਮੇਰੇ ਬਾਪੂ ਜੀ ਦੇ ਦਰਸ਼ਨ ਨਹੀਂ ਕੀਤੇ ਹੋਏ, ਮਾਤਾ ਜੀ ਦੁਨੀਆ ਤੋਂ ਲੋਕ ਸੁਧਾਰ ਚਲਾ ਗਿਆ ਕਿ ਦੁਨੀਆ 'ਚ ਹੈਗਾ ਉਹ? ਉਹ ਕਹਿੰਦੀ ਨਹੀਂ ਪੁੱਤਰ ਹੈਗਾ। ਕਹਿੰਦਾ ਮਾਂ ਮੈਨੂੰ ਤਾਂ ਕਿਵੇਂ ਟੱਕਰਿਆ ਨਹੀਂ, ਮੈਂ ਬਾਪੂ ਕਿਉਂ ਹੂੰ? ਕਹਿੰਦੇ ਨਹੀਂ ਪੁੱਤਰ, ਰਾਜੇ ਜਨਕ ਨੂੰ ਆਤਮਾ ਦਾ ਗਿਆਨ ਹੋਣਾ, ਉੱਥੇ ਗਿਆਨ ਕਰਨ ਗਏ ਹੋਏ ਨੇ। ਹੱਸ ਪਿਆ, ਕਹਿੰਦਾ ਮਾਂ ਗਿਆਨ ਤਾਂ ਉੱਤੇ ਸੀ ਕਰਨਾ,
ਅੱਛਾ ਉਹ ਉੱਥੇ ਕੌਣ ਜਾ ਫਸਿਆ। ਜੇ ਮਾਤਾ ਜੀ ਸਾਨੂੰ ਆਗਿਆ ਦੇਵੇਂ ਤਾਂ ਅਸੀਂ ਜਾਈਏ। ਬੁੜੀ ਕਹੇ ਖਾਮੋਸ਼ ਹੋ ਗਈ, ਕਹਿੰਦੀ ਹੋ ਪੁੱਤਰ 5 ਸਾਲ ਦੀ ਉਮਰ ਹੈ ਤੇ ਤੂੰ ਮਿਥਿਲਾਪੁਰ ਦੇ ਵਿੱਚ ਕਿੱਕੂ ਪਹੁੰਚੇਗਾ। ਡੱਕ ਡੱਕ ਤੇਰਾ ਸਰੀਰ ਵੱਜਦਾ ਹੈ, ਪਸ਼ੂ ਦੇ ਕੋਈ ਫੇਟ ਮਾਰੂਗਾ, ਤੇਰੇ ਸੱਟ ਲੱਗੂਗੀ ਪੁੱਤ, ਤੂੰ ਕਿੱਦਾਂ ਜਾਏਗਾ। ਕਹਿੰਦਾ ਨਹੀਂ ਮਾਂ, ਮੈਂ ਲਾਂਬੇ ਲਾਂਬੇ ਹੋ ਕੇ ਮੈਂ ਹੌਲੀ ਹੌਲੀ ਚਲੇ ਜਾਊਂਗਾ। ਅੱਛਾ ਮੈਂ ਤਾਂ ਅੱਗੇ ਤਾਂ ਬੁੜੀ ਦੇ ਆਗਿਆ ਤੋਂ ਬਿਨਾਂ ਬੱਚਾ ਤੁਰਨਾ ਚਾਹੇ ਰੋਈ ਜਾਂਦਾ ਪਿੱਟੀ ਜਾਂਦਾ। ਹੁਣ ਤਾਂ ਬੁੜੀ ਨੂੰ ਕੋਈ ਦੇ ਮੰਨਣਾ ਮੰਨ ਨਹੀਂ, ਚੱਲ ਚੱਲਿਆ। ਉਹਨੇ ਮਿੰਨਤਾਂ ਕਰਕੇ ਬੁੜੀ ਮਨਾ ਲਈ। ਕਹਿੰਦੀ ਚੰਗਾ ਪੁੱਤ ਜਾ, ਪਰ ਐਂ ਕਰੀ ਐਂ ਪਸ਼ੂਆਂ ਦੀ ਫੇਟ ਤੋਂ ਲਾਂਬੇ ਲਾਂਬੇ ਦੂਰ ਦੂਰ ਹੋ ਕੇ ਜਾਈ ਹੌਲੀ ਹੌਲੀ। ਅੱਛਾ ਕਹਿੰਦਾ ਮਾਂ ਜੀ 7 ਵਜੇ ਹੌਲੀ ਹੌਲੀ ਚੱਲ ਪਿਆ ਮਿਥਿਲਾਪੁਰ ਨੂੰ। ਹੌਲੀ 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 ਡੱਕ ਡੱਕ ਕੋਲੇ ਖੁੰਡੀ ਹੈ, ਜਾ ਕੇ ਦਰਬਾਰ ਸਾਹਮਣੇ ਖੜ ਗਿਆ। ਅੱਛਾ ਜਿਹੜੇ ਤੇਰੇ ਮੇਰੇ ਦਰਬਾਰ ਵਾਲੇ ਸੀਗੇ ਮੂਹਰੇ ਡਿਊਟੀ ਵਾਲੇ ਖੜੇ, ਉਹ ਕਹਿੰਦੇ ਤੂੰ ਗਿਆ ਓਏ। ਕਹਿੰਦਾ ਜੀ ਰਾਜਨ ਕੋ ਗਿਆਨ ਕਰਨਾ ਹੈ। ਕਹਿੰਦਾ ਦੂਰ ਸੁੱਟੇ ਨੂੰ। ਉੱਥੇ ਪੰਡਤ ਬੰਦਤ ਮੁੱਲਾ ਕਾਜੀ ਵੱਡੇ ਵਿਦਵਾਨ ਬੈਠੇ ਨੇਗੇ, ਵੇਦ ਵਿਆਸ ਵਰਗੇ, ਤੂੰ ਉੱਥੇ ਗਿਆਨ ਕੀ ਕਰੇਗਾ ਓਏ, ਛਿੱਤਰ ਖਾਏਗਾ ਮੁਰਜਾ ਕਰ ਨੂੰ। ਕਹਿੰਦਾ ਨਹੀਂ ਜੀ ਮੈਨੂੰ ਨਗਾ ਦਿਓ। ਕਿਉਂ ਮੰਨਦੇ ਨੇ। ਕਹਿੰਦਾ ਜੀ ਅੱਗੋਂ ਪਤਾ ਲੈ ਲਓ। ਜਦੋਂ ਰਾਜਾ ਜਨਕ ਨੂੰ ਜਾ ਕੇ ਕਿਹਾ ਵੀ ਇਹ ਰਾਜਨ ਐਸੀ ਸ਼ਕਲ ਦਾ ਬੰਦਾ ਹੈ, ਇਹ ਆਤਮਾ ਦਾ ਗਿਆਨ ਕਰਨ ਨੂੰ ਕਹਿੰਦਾ ਹੈ। ਅੱਛਾ ਉਹ ਕਹਿੰਦਾ ਜੇ ਰਾਜੇ ਜਨਕ ਨੂੰ ਗਿਆਨ ਕਰਨ ਨੂੰ ਕੁੱਤਾ ਆਵੇ ਤੇ ਕੁੱਤੇ ਨੂੰ ਨੰਗੇ ਆਉਣ ਦਿਓ। ਅੱਛਾ ਗਿਆਨ ਕਰਨ ਵਾਲੇ ਬੰਦੇ ਨੂੰ ਮੋੜ ਆਉਣਾ ਜੇ ਕਿਹਾ ਜਾਈ ਹੈ। ਠੀਕ ਹੈ। ਕਿ 7 ਵਜੇ ਜਾ ਕੇ ਜੀ ਉਹਨੂੰ ਕਹਿੰਦੇ ਜਾਓ ਜੀ। ਹਰ ਇਸ਼ਾਰਾ ਕਰਤਾ। ਉਹ ਡੱਕ ਡੱਕ ਕਰਦਾ 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 ਸਿੱਧਾ ਸਟੇਜ 'ਤੇ ਜਾ ਚੜਿਆ। ਅੱਛਾ ਜਦੋਂ ਸਟੇਜ 'ਤੇ ਚੜਿਆ ਤੇਰੇ ਮੇਰੇ ਵਾਲੇ ਖਿੱਦ ਖਿੱਦ ਕਰਕੇ ਹੱਸ ਪਏ। ਅੱਛਾ ਜਿੰਨੇ ਪੰਡਤ ਪਾਦੇ ਬਿੱਲਾਂ ਕਾਜੀ ਸਾਰੇ ਹੱਸ ਪਏ। ਸਟੇਜ 'ਤੇ ਖੜ੍ਹ ਕਹਿੰਦਾ ਰਾਜਨ। ਕਹਿੰਦੇ ਹਾਂ ਬਾਬਾ ਜੀ। ਕਹਿੰਦਾ ਚਮੈਰਾਂ ਦੀ ਸਭਾ ਲਈ ਬੈਠੇ ਓਏ। ਅੱਛਾ ਇਹ ਚਮੈਰ ਕੋ ਇਕੱਠੇ ਕਰਿਆ ਤੈਂ। ਹੈਂ। ਕਹਿੰਦੇ ਚਮੈਰ ਨੇ। ਉਹ ਸਾਰੇ ਰੁੱਸ ਗਏ ਵੀ ਅਸੀਂ ਬਦਮਾਨ ਪੰਡਤ, ਕੋਈ ਕਾਜੀ ਹੈ, ਕੋਈ ਮੁੱਲਾ ਹੈ, ਕੋਈ ਪੰਡਤ ਹੈ, ਵੇਦ ਵਿਆਹ ਕਹਿੰਦੇ ਸਾਨੂੰ ਚਮੈਰ ਦੱਸਦਾ। ਇਹ ਰੁੱਸ ਗਏ। ਨਾ ਨਾ ਛਕਣ ਨਾ ਪਾਣੀ ਪੀਣ ਵੀ ਸਾਨੂੰ ਇਹੋ ਜਿਹੇ ਤੋਂ ਚਮੈਰ ਕਹਤਾ। ਉਹ ਕਹਿੰਦਾ ਰਾਜਾ ਕਹਿੰਦਾ ਹੱਥ ਜੋੜ ਕਹਿੰਦਾ ਬਾਬਾ ਜੀ ਇਹ ਸਾਰੀ ਸੰਗਤ ਰੁੱਸ ਗਈ। ਅੱਛਾ ਇਹ ਅੰਨ ਜਲ ਨਹੀਂ ਛਕ ਰਹੀ, ਸਰਾਫ ਦੇਊਗੀ। ਇਹ ਕਹਿੰਦੇ ਸਾਨੂੰ ਚਮੈਰ ਕਿਉਂ ਦੱਸਿਆ ਗਿਆ। ਕਈ ਕਹਿੰਦੇ ਨਹੀਂ ਰਾਜਨ ਇਹ ਚਮਾਰ ਹੀ ਨੇ। ਚਮਾਰ ਹੀ ਨੇ। ਕਹਿੰਦਾ ਚਮੈਰ ਨੂੰ ਚੰਮ ਦੀ ਪਰਖ ਹੁੰਦੀ ਹੈ। ਇਹਨਾਂ ਨੇ ਮੇਰਾ ਚੰਮ ਦੇ ਕੇ ਹੱਸੇ ਨੇ, ਇਹਨੂੰ ਮੇਰੇ ਗੁਣ ਦਾ ਕੋਈ ਪਤਾ ਨਹੀਂ। ਅੱਛਾ ਮੇਰਾ ਚੰਮ ਦੇ ਕੇ ਹੱਸੇ ਨੇ, ਇਹ ਸਾਰੇ ਚਮੈਰ ਨੇ ਛੱਡ ਇਹਨਾਂ ਨੂੰ। ਸਾਰੇ ਭਜਾਤੇ। ਅੱਛਾ ਸਾਰੇ ਭਜਾਏ ਕਹਿਣ ਲੱਗੇ ਲਓ ਜੀ ਹੁਣ ਜਦ ਡੱਕਰ ਤੇ ਕਹਿੰਦਾ ਜੀ ਸਾਨੂੰ ਬਾਬਾ ਜੀ ਆਤਮਾ ਦਾ ਗਿਆਨ ਹੋਣਾ ਚਾਹੀਦਾ ਹੈ। ਕਹਿੰਦਾ ਭਾਈ ਗਿਆਨ ਤਾਂ ਮਿਲ ਜੂਗਾ, ਗਿਆਨ ਜ਼ਰੂਰ ਮਿਲ ਜੂ, ਪਰ ਇਹ ਭੇਟਾ ਹੈ। ਅੱਛਾ ਕਹਿੰਦੀ ਜੀ ਭੇਟਾ ਕੀ ਹੈ। ਕਹਿੰਦਾ ਜੀ ਮਨ ਤਨ ਧਨ 3 ਚੀਜ਼ਾਂ ਸਾਨੂੰ ਦੇ, ਤੈਨੂੰ ਗਿਆਨ ਦੇ ਦਾਂਗੇ। ਅੱਛਾ ਉਹ ਨਹੀਂ ਕਿ ਸੋਚੀ ਪੈਗਾ, ਸੋਚ 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 ਕਹਿੰਦਾ ਜੀ ਮੈਂ ਘਰੋਂ ਰਾਣੀ ਤੋਂ ਪੁੱਛਿਆ ਵਾ। ਰਾਣੀਆਂ ਕੋਲ ਗਿਆ। ਕਹਿੰਦਾ ਰਾਣੀ ਜੀ ਗੁਰੂ ਬਹੁਤ ਜ਼ਿਆਦਾ ਸਸਤਾ ਮਿਲਦਾ ਹੈ। ਇਹ ਐਂ ਕਰਕੇ ਐਂ ਕਹਿੰਦੇ ਵੀ ਜੇ ਗੁਰੂ ਮੰਨ ਲਈਏ। ਅੱਛਾ ਉਹ ਕਹਿੰਦੇ ਰਾਜਨ ਤੁਸੀਂ ਇੱਕ ਕਚਹਿਰੀਆਂ ਦੇ ਮਾਲਕ ਹੋ, ਅਕਲਾਂ ਦੇ ਦਾਨੇ ਹੋ, ਸਾਨੂੰ ਬੁੜੀਆਂ ਨੂੰ ਗੱਲ ਦਾ ਕੀ ਪਤਾ ਹੁੰਦਾ। ਤੁਸੀਂ ਆਪ ਮਾਲਕ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ। ਕਹਿੰਦੀਆਂ ਪਰ ਇੱਕ ਸਾਡੇ ਅਕਲ 'ਚ ਆਉਂਦੀ ਹੈ ਗੱਲ ਵੀ ਜੇ ਤਾਂ ਤੈਨੂੰ ਧਨ ਦੇਤਾ ਫਿਰ ਤਾਂ ਆਪਾਂ ਕੰਗਾਲ ਹੋ ਜਾਵਾਂਗੇ, ਆਪਣੇ ਘਰ 'ਚੋਂ ਨਹੀਂ ਛੱਡਣਾ ਨਹੀਂ ਕੁਛ, ਆਪਾਂ ਰੋਟੀ ਨਹੀਂ ਮਿਲਣਾ ਵਾ, ਭੁੱਖੇ ਮਰ ਜਾ। ਜੇ ਤਾਂ ਤਨ ਦੇਤਾ ਤਾਂ ਤੈਨੂੰ ਪੈਰਾਂ ਮੰਨਿਓ ਵੱਢੂ, ਉਹ ਤੈਨੂੰ ਵੱਢਣ ਲੱਗ ਜੂ ਉਹ। ਕਹਿੰਦੇ ਫਿਰ ਹੋਰ। ਕਹਿੰਦਾ ਤੇਰਾ ਮਨ ਆ ਜਿਹੜਾ ਵਿਹਲਾ ਹੈ। ਅੱਛਾ ਇਹ ਮਨ ਦੇ ਦਿਓ। ਅੱਛਾ ਆ ਕੇ ਹੱਥ ਜੋੜੇ
ਗਲ 'ਚ ਪੱਲਾ ਪਾਇਆ, ਹੂੰ ਕਹਿੰਦਾ ਸੱਚੇ ਪਾਤਸ਼ਾਹ ਬਾਬਾ ਜੀ ਹੂੰ ਮੇਰਾ ਮਨ ਤੁਹਾਨੂੰ ਅਰਪਣ ਕੀਤਾ। ਅੱਛਾ ਕਿਹੜਾ ਲਿਖਦੇ ਤੇ ਹੂੰ ਲਿਖ ਲਿਆ ਅੱਛਾ ਇਹ ਅਰਪਣ ਕੀਤਾ ਹੈ। ਹੂੰ ਲਿਖ ਕੇ ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ ਹੈ, ਸਿਰ ਤੋਂ ਤਾਜ ਲਾ ਦੇ। ਮਨ ਤਾਂ ਮੇਰੇ ਕੋਲ ਹੈ ਨਾ, ਅੱਛਾ ਮੇਰੇ ਮਨ ਨੇ ਜਵਾਬ ਦੇਤਾ, ਹਾਂ ਇਹ ਤਾਜ ਲਾ ਦੇ। ਹੂੰ ਰਾਜੇ ਨੇ ਤਾਜ ਲਾਤਾ, ਹੂੰ ਖੜ ਗਿਆ। ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ ਹੈਗਾ, ਹੂੰ ਆਹ ਰਾਜਾ ਵਾਲੀ ਪੁਸ਼ਾਕ ਤਾਰ ਦੇ, ਅੱਛਾ ਪੁਸ਼ਾਕ ਲਾ ਦੇ। ਹੂੰ ਉਹਨੇ ਪੁਸ਼ਾਕ ਤਾਰਤੀ। ਹੂੰ ਫੇਰ ਖਕਾ ਕੇ ਗੇੜਾ ਜਾ, ਕਹਿੰਦਾ ਰਾਜਨ ਹੂੰ ਮੇਰਾ ਮਨ ਨਹੀਂ ਮੰਨਦਾ, ਕੱਛਾ ਲਾ ਕੇ ਲੰਗੋਟਾ ਪਹਿਨ ਲੈ। ਅੱਛਾ ਉਹਨੇ ਕੱਛਾ ਲਾ ਕੇ ਲੰਗੋਟਾ ਪਹਿਨ ਲਿਆ। ਹੂੰ ਕਹਿੰਦਾ ਲਿਆ ਘੋੜਾ। ਹੂੰ ਘੋੜਾ ਮਿਥਲਾਪੁਰ ਜੈਨ ਨਰਾਲੇ ਕਢਾਤਾ। ਅੱਛਾ ਖੜਾ ਕੇ ਸਾਰੇ ਮਿਥਲਾਪੁਰ ਹੁੰਮ ਕੇ ਦੇਖਣ ਆ ਗਈ, ਬੱਲੇ 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 ਰਾਜਾ ਨੂੰ ਕੋ ਗਿਆਨ ਹੁੰਦਾ ਹੈ। ਹੂੰ ਘੋੜਾ ਖੜਾ ਕੇ ਖੜ ਗਿਆ ਚੁੱਪ ਕਰਕੇ, ਅੱਛਾ ਉਹ ਨਹੀਂ ਬੋਲਿਆ। ਹੂੰ ਜਦੋਂ ਘੋੜੇ ਲੱਗਿਆ ਰਕਾਬ 'ਚ ਪੈਰ ਪਾਉਣ, ਮੂੰਹ ਤੇ ਮਾਰਿਆ ਥੱਪੜ। ਕਹਿੰਦਾ ਕਿ ਜਾਣਾ ਓਏ, ਅੱਛਾ ਮਨ ਤਾਂ ਤੇਰਾ ਮੇਰੇ ਕੋਲੇ ਹੈ, ਅੱਛਾ ਮੈਂ ਤੈਨੂੰ ਕਦੋਂ ਕਿਹਾ ਵੀ ਘੋੜੇ ਚੜ੍ਹ, ਹਾਂ ਤੂੰ ਕਿੱਧਰ ਜਾਣਾ? ਹਾਂ ਰਾਜਾ ਉੱਠ ਕੇ ਪੈਰੀ ਪੈ ਗਿਆ। ਹੂੰ ਕਹਿੰਦਾ ਜੀ ਗਿਆਨ, ਕਹਿੰਦਾ ਜੀ ਗਿਆਨ ਨਹੀਂ ਹੋਇਆ ਤੈਨੂੰ, ਹੂੰ ਹਜੇ ਗਿਆਨ ਨਹੀਂ ਹੋਇਆ। ਹੂੰ ਕਹਿੰਦਾ ਮਨ ਤਾਂ ਤੇਰਾ ਮੇਰੇ ਕੋਲੇ ਹੈ, ਹੂੰ ਤੂੰ ਕਿੱਧਰ ਜਾਣਾ ਹੈ? ਜਦੋਂ ਤੈਂ ਮਨ ਮੈਨੂੰ ਦੇਤਾ, ਮੇਰੇ ਕਹੇ ਨੂੰ ਕਿਵੇਂ ਤੁਰੇਂਗਾ ਤੂੰ? ਹੂੰ ਤੁਰ ਨਹੀਂ ਸਕਦਾ ਹੈ, ਹੂੰ ਕੁਛ ਖਾ ਨਹੀਂ ਸਕਦਾ, ਪੀ ਨਹੀਂ ਸਕਦਾ, ਜੇ ਮੈਂ ਕਹੂੰ ਤਾਂ ਪੀਵੇਂਗਾ। ਹਾਂ ਉਹਨਾਂ ਨੇ ਭਾਈ ਜਦੋਂ ਸਾਰਾ ਕੁਛ ਰਾਜਾ ਜਨਕ ਉਲਟ ਕੇ ਸਭ ਕੁਛ ਸਿੱਟ ਕੇ ਤੇਰੀ ਕਰਕੇ ਪੈਰਾਂ 'ਚ ਪੈ ਗਿਆ। ਅੱਛਾ ਕਹਿੰਦਾ ਮਹਾਰਾਜ ਬਖਸ਼ੋ। ਹੂੰ ਉੱਥੇ ਫਿਰ ਰਾਜਾ ਜਨਕ ਨੂੰ ਵਿਵੇਕ ਸ਼ਬਦ ਦਿੱਤਾ ਹੈ। ਅੱਛਾ ਧੰਨ ਧੰਨ ਰਾਜਾ ਜਨਕ ਹੈ ਜੋ ਬਾਣੀ ਪੜ੍ਹੇ ਵਿਵੇਕ, ਹੂੰ ਏਕ ਘੜੀ ਕੇ ਸਿਵਰਨੇ ਜਿਹਨੂੰ ਪਾਪੀ ਤਰ ਕੇ ਦੇਖ। ਹੂੰ ਉਸ ਸ਼ਬਦ ਦੇ ਨਾਲ ਉਸਨੇ ਫਿਰ 18 ਕੁੰਡ ਨਰਕ ਦੇ ਖਾਲੀ ਕੀਤੇ ਰਾਜਾ ਜਨਕ ਨੇ। ਅੱਛਾ ਜਿਹੜੇ 18 ਕੁੰਡ ਨੇ, ਹੂੰ ਇੱਕ ਕੁੰਡ ਦੇ ਵਿੱਚ 96 ਕਰੋੜ ਜੀਵ ਕਰਲਾ ਰਿਹਾ ਹੈ। ਅੱਛਾ ਇੱਕ ਕੁੰਡ 96 ਕਰੋੜ ਜੀਵ ਹੈ, ਅੱਛਾ ਉਹਦੇ ਵਿੱਚ ਕਲਾਉਂਦਾ। ਹੂੰ ਉਸ ਨੇ ਜਾ ਕੇ ਜਦੋਂ ਲੱਗਿਆ ਸਿੱਧਾ ਜਾਣ ਲੱਗਿਆ ਨਰਕਾਂ ਦੇ ਕੁੰਡਾਂ ਦੇ ਕੋਲ ਦੀ ਲੰਘਣ, ਹੂੰ ਸਾਰਿਆਂ ਨੂੰ ਆਈ ਸ਼ਾਂਤੀ, ਕਹਿੰਦੇ ਰਾਮ, ਉੱਥੇ ਖੜ ਗਿਆ। ਹੂੰ ਹੁਣ ਜਿਹੜਾ ਉਹਦਾ ਡਿਊਟੀ ਵਾਲਾ ਸੀਗਾ ਨਰਕਾਂ ਦਾ, ਉਹ ਕਹਿੰਦਾ ਲੰਘ ਜਾ ਲੰਘ ਜਾ ਲੰਘ ਜਾ। ਹੂੰ ਕਹਿੰਦਾ ਕਿਉਂ? ਹੂੰ ਉੱਥੇ ਖੜ ਗਿਆ। ਅੱਛਾ ਕਹਿੰਦਾ ਜਦੋਂ ਮੇਰੇ ਇਕੱਲੇ ਨਾਲ ਸਾਈ ਇੰਨੀ ਦੂਰ ਨੂੰ ਸ਼ਾਂਤੀ ਆ ਰਹੀ ਹੈ, ਹਾਂ ਤਾਂ ਕਹਿੰਦਾ ਮੈਂ ਕਿੱਥੇ ਜਾਣਾ? ਹੂੰ ਖੜ ਗਿਆ। ਹੂੰ ਕਹਿੰਦਾ ਚੰਗਾ ਜੇ ਬਾਹਲਾ ਤੂੰ ਕਹਿੰਦਾ ਫਿਰ ਮੁੱਲ ਲੈ ਲਾ। ਅੱਛਾ ਕਹਿੰਦਾ ਦੇ ਦੇ। ਹੂੰ ਉਸ ਨੇ ਰਾਜੇ ਜਨਕ ਨੇ ਉਹੀ ਨਾਮ ਇੱਕ ਪਰਚੀ ਉੱਤੇ ਲਿਖ ਕੇ ਪਾਲੜੀ ਧਰਤਾ। ਅੱਛਾ ਇੱਕ ਪਾਸੇ 18 ਕੁੰਡ ਚੜ ਗਏ, ਉਹ ਪਾਲੜਾ ਨਾ ਉੱਠੇ, ਅੱਛਾ ਸਾਰੇ ਖਾਲੀ ਕਰਤੇ। ਹੂੰ ਸਾਰੇ ਖਾਲੀ ਕਰਤੇ ਨੇ, ਹੂੰ ਖਾਲੀ ਕਰਤੇ 65 ਤਾਂ ਹਾਂ ਮਾਰਨ ਵੀ। ਉਹ ਕਹਿੰਦਾ ਜਾਂ ਮੈਂ ਤਾਂ ਜੰਮਾ ਪੱਟਤਾ, ਹੁਣ ਮੈਂ ਕਿਧਰ ਨੂੰ ਜੰਮ, ਮੈਂ ਰਾਜ ਕਾਤੇ ਕਰੂੰਗਾ? ਹੂੰ ਕਹਿੰਦਾ ਜੀ ਹੁਣ ਮੇਰਾ ਕੋਈ ਇਲਾਜ ਆ? ਹੂੰ ਕਹਿੰਦਾ ਨਹੀਂ, ਕਹਿੰਦਾ ਕਲਯੁਗ ਰਾਜ ਆਊਗਾ, ਅੱਛਾ ਤ੍ਰੇਤੇ ਯੁੱਗ ਦੀ ਗੱਲ ਚੱਲਦੀ ਆਪਣੇ ਕੋਲੇ। ਅੱਛਾ ਜੀ ਕਹਿੰਦਾ ਦੁਆਪਰ ਸਾਰਾ ਲੰਘੂ, ਹੂੰ ਕਲਯੁਗ ਆਊਗਾ, ਹੂੰ ਉਹਦੇ ਵਿੱਚ ਜਿੰਨੇ ਪਰਮਾਤਮਾ ਉਹੀ ਡਿੱਗਣਗੇ ਨਰਕਾਂ 'ਚ। ਅੱਛਾ ਜਿਹੜੇ ਵੱਡੇ ਪਰਮਾਤਮਾ ਕਹਾਉਣਗੇ, ਹੂੰ ਬਗਲੇ ਕਹਾਉਣਗੇ, ਹੂੰ ਗਿਆਨ ਵੰਡਣਗੇ, ਦੁਨੀਆ ਨੂੰ ਲੁੱਟਣਗੇ। ਹੂੰ। ਜਿਹੜੇ ਆਪ ਦੇ ਆਪ ਨੂੰ ਗੁਰੂ ਕਹਾਉਣਗੇ, ਹੂੰ ਗੁਰੂਆਂ ਦੇ ਕੁੰਡੀ ਭਰ ਲਈ ਸਾਰੇ। ਹੂੰ ਹੁਣ ਉਹੀ ਗੱਲ ਚੱਲਦੀ ਹੈ, ਜਿੱਥੇ ਮਰਜ਼ੀ ਜਾ ਕੇ ਦੇਖ ਲਾ, ਗੁਰਦੁਆਰੇ ਦੇਖ ਲਾ, ਕਿਤੇ ਦੇਖ ਲਾ, ਸਾਰੇ ਮੰਦਰਾਂ ਮਸੀਤਾਂ ਦੇ ਵਿੱਚ ਜਾ ਕੇ ਹੂੰ ਸਭ ਲੁਟੇਰੇ ਬੈਠੇ ਹੈ। ਹੂੰ ਇਹਨਾਂ ਨੇ ਸਾਰਿਆਂ ਹੀ ਨਰਕਾਂ ਨੂੰ ਜਾਣਾ, ਹੂੰ ਉਹ ਕੁੰਡਾਂ 'ਚ ਡਿੱਗਣਾ ਸਾਰਿਆਂ ਨੇ। ਸਹੀ ਗੱਲ। ਜਦੋਂ ਕਿਸੇ ਨੂੰ ਇਸ ਗੱਲ ਦੀ ਵਿਚਾਰ ਨਹੀਂ, ਹੂੰ ਜਿੰਨਾ ਚਿਰ ਸਤਿਗੁਰ ਦੀ ਕਿਰਪਾ ਸੇ ਹੂੰ ਕਿਸੇ ਇਨਸਾਨ ਦੀ ਅੰਦਰ ਝਾਤੀ ਨਹੀਂ ਵੱਜੀ, ਉਹਨੂੰ ਬਾਹਰਲਾ ਕੋਈ ਪਤਾ ਨਹੀਂ। ਹੂੰ ਅੰਤਰ ਵੀ ਉਹੀ, ਬਾਹਰ ਵੀ ਉਹੀ, ਹੂੰ ਦਰਸ਼ਨ ਦੇ ਕੇ ਜੋ ਸਗਲੀ ਉਹੀ। ਹੂੰ
ਜਿਹੜਾ ਤੇ ਅੰਦਰ ਬੋਲੇ ਤੈਨੂੰ ਬਾਹਰ ਨਿਕਲ ਕੇ ਦੱਸੇ ਤਾਂ ਤੈਨੂੰ ਪਤਾ ਲੱਗੇ ਵੀ ਚੀਜ਼ ਕੀ ਹੈ ਇਹ। ਠੀਕ ਹੈ ਨਹੀਂ, ਫਿਰ ਤੈਨੂੰ ਦੁਨੀਆ ਦਾ ਪਤਾ ਲੱਗੇ। ਹਾਈ ਤਾਂ ਆਪਦੀ ਖਾਲੇ 'ਚ ਮੈਂ ਵੱਢਾਂ, ਤੂੰ ਕਹਿੰਦਾ ਮੈਂ ਵੱਢਾਂ। ਨਹੀਂ, ਇਹਦੇ ਵਿੱਚ ਨਹੀਂ ਹੈਗਾ ਕਿ ਉਹਦੇ ਵਿੱਚ ਜਿਹੜਾ ਆਪਣਾ ਮੂੰਹ ਦਾ ਭਜਨ ਹੈ ਨਾ, ਇਹ ਗਲਤ ਹੈ। ਕਿਉਂ? ਜੇ ਮੂੰਹ ਦੇ ਭਜਨ ਦੇ ਵਿੱਚ ਇੱਕ ਰਘੂ ਰਾਜਾ ਹੋਇਆ, ਜੇ ਰਘੂ ਰਾਜੇ ਦੀ ਕਥਾ ਪੜ੍ਹ ਕੇ ਵੇਖੋ, ਰਘੂ ਰਾਜੇ ਨੂੰ ਮੂੰਹ ਦਾ ਭਜਨ ਦਿੱਤਾ ਸੀਗਾ ਕਿਸੇ ਨੇ। ਜਿਵੇਂ ਆਪਾਂ ਕਹਦੇ ਏਕ ਓਂਕਾਰ ਸਤਿਨਾਮ,